ਅੱਗੇ ਪੜ੍ਹਦੇ ਹਾਂ ਜੀ। ਪਾਂਡਿਆ ਬਿਲਕੁਲ ਸਾਊਥ ਵਿੱਚ ਸੀ ਜੀ ਪਾਂਡਿਆ ਦਾ ਰਾਜ। ਅਸੀਂ ਨਕਸ਼ੇ ਤੇ ਦੇਖਿਆ ਪਾਂਡਿਆ ਇਹਨਾਂ ਨੇ ਅਜੋਕੇ ਦੱਖਣੀ ਤਮਿਲਨਾਡੂ ਉੱਤੇ ਰਾਜ ਕੀਤਾ ਸੀ। ਉਹਨਾਂ ਦੀ ਰਾਜਧਾਨੀ ਮਦੁਰਈ ਸੀ। ਮੰਗੂੜੀ ਮਾਰੂਥਨਾਰ ਦੁਆਰਾ ਲਿਖੀ ਮਦੁਰਾਈ ਕਾਂਜੀ ਪਾਂਡਿਆ ਦੇਸ਼ ਦੀ ਸਮਾਜਿਕ ਤੇ ਆਰਥਿਕ ਸਥਿਤੀ ਦਾ ਵਰਣਨ ਕਰਦੀ ਹੈ। ਮਦੁਰਾਈ ਕਾਂਜੀ ਇਹ ਕਿਤਾਬ ਲਿਖੀ ਸੀ ਮੰਗੂੜੀ ਮਾਰੂਥਨਾਰ ਨੇ। ਸੰਗਮ ਯੁੱਗ ਦੌਰਾਨ ਪਾਂਡਿਆ ਰਾਜ ਕਾਲਬਰਾ ਦੇ ਹਮਲੇ ਕਾਰਨ ਘਟਣਾ ਸ਼ੁਰੂ ਹੋ ਗਿਆ ਸੀ। ਕਾਲਬਰਾ ਇਹ ਵੀ ਇੱਕ ਡਾਇਨੈਸਟੀ ਸੀ। ਉਹਨਾਂ ਨੇ ਹਮਲੇ ਕੀਤੇ, ਫਿਰ ਜਿਹੜਾ ਪਾਂਡਿਆ ਆ ਉਹ ਡਾਊਨਫਾਲ ਹੋ ਗਿਆ ਪਾਂਡਿਆ ਦਾ। ਇਸ ਤੋਂ ਅੱਗੇ ਪੜ੍ਹਦੇ ਛੋਟੇ ਸਰਦਾਰ, ਮਾਈਨਰ ਚੀਫਟਨਸ, ਛੋਟੇ ਸਰਦਾਰ। ਵੱਡੇ ਰਾਜੇ ਨਹੀਂ, ਛੋਟੇ ਸਰਦਾਰ। ਇਹਨਾਂ ਦਾ ਆਪਣਾ ਮਹੱਤਵ ਸੀ ਆਪਣੇ ਏਰੀਏ ਵਿੱਚ। ਸੰਗਮ ਕਾਲ ਵਿੱਚ ਛੋਟੇ ਸਰਦਾਰਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਹਨਾਂ ਵਿੱਚੋਂ ਪਾਰੀ, ਕਾਰੀ, ਓਰੀ, ਨੱਲੀ, ਪੇਗਨ, ਆਏ ਅਤੇ ਅਦਿਆਮਨ ਤਾਮਿਲ ਕਵੀਆਂ ਤੇ ਉਪਕਾਰ ਅਤੇ ਸਰਪ੍ਰਸਤੀ ਕਰਨ ਲਈ ਪ੍ਰਸਿੱਧ ਸਨ। ਆਹ ਛੋਟੇ ਸਰਦਾਰ ਸੀ ਜਿਹੜੇ, ਇਹਨਾਂ ਨੇ ਤਮਿਲ ਕਵੀਆਂ ਨੂੰ ਕਾਫੀ ਉਤਸ਼ਾਹਿਤ ਕੀਤਾ, ਉਹਨਾਂ ਨੂੰ ਕਾਫੀ ਗਿਫਟ ਵਗੈਰਾ ਦਿੱਤੇ, ਉਹਨਾਂ ਦੀ ਸਰਪ੍ਰਸਤੀ ਕੀਤੀ, ਉਹਨਾਂ ਨੂੰ ਪੈਟਰੋਨਾਈਜ਼ ਕੀਤਾ। ਆਹ ਸਾਰੇ ਯਾਦ ਕਰਨ ਦੀ ਲੋੜ ਨਹੀਂ। ਇਸ ਲਈ ਉਹਨਾਂ ਨੂੰ ਕਦਾਈ ਜੇਲੂ ਵਲਾਲਗਨ ਵਜੋਂ ਜਾਣਿਆ ਜਾਂਦਾ ਸੀ। ਕਦਾਈ ਵੇਲੂ ਵਲਾਲਗਲ ਇਹਨਾਂ ਛੋਟੇ ਸਰਦਾਰਾਂ ਨੂੰ ਕਿਹਾ ਜਾਂਦਾ ਸੀ ਕਿਉਂਕਿ ਉਹਨਾਂ ਨੇ ਕਵੀਆਂ ਦੀ ਸਰਪ੍ਰਸਤੀ ਕੀਤੀ ਸੀ। ਯਾਦ ਰਹਿਣ ਠੀਕ ਆ, ਨਹੀਂ ਤਾਂ ਨਾ ਸੀ, ਕੋਈ ਗੱਲ ਨਹੀਂ। ਇੰਨੇ ਹੁਣ ਇਕੱਲੇ ਯਾਦ ਰੱਟੇ ਨਹੀਂ ਲਾਉਣੇ ਅਸੀਂ, ਨਹੀਂ ਤਾਂ ਤੁਹਾਡੀ ਤਿਆਰੀ ਆ ਨਾ ਉਹ ਇੰਬੈਲੈਂਸ ਹੋ ਜਾਣੀ ਆ। ਜੇ ਸਾਰੀਆਂ ਗੱਲਾਂ ਦੇ ਰੱਟੇ ਲਾਉਣ ਲੱਗ ਗਏ ਫਿਰ ਪ੍ਰੋਪਰ ਤਿਆਰੀ ਨਹੀਂ ਹੋਣੀ। ਭਾਵੇਂ ਉਹ ਚੇਰਾ, ਚੋਲ ਅਤੇ ਪਾਂਡਿਆ ਸ਼ਾਸਕਾਂ ਦੇ ਅਧੀਨ ਸਨ, ਪਰ ਉਹ ਆਪਣੇ ਖੇਤਰਾਂ ਵਿੱਚ ਕਾਫੀ ਸ਼ਕਤੀਸ਼ਾਲੀ ਅਤੇ ਪ੍ਰਸਿੱਧ ਸਨ। ਚਾਹੇ ਛੋਟੇ ਸਨ, ਛੋਟੇ ਏਰੀਏ ਤੇ ਰਾਜ ਕਰਦੇ ਸਨ, ਪਰ ਇਹਨਾਂ ਦਾ ਆਪਣਾ ਮਹੱਤਵ ਸੀ। ਆਪਣੇ ਏਰੀਏ ਵਿੱਚ ਇਹ ਕਾਫੀ ਸ਼ਕਤੀਸ਼ਾਲੀ ਤੇ ਫੇਮਸ ਸਨ। ਅੱਗੇ ਹੈ ਜੀ ਸੰਗਮ ਰਾਜਨੀਤੀ, ਸੰਗਮ ਪੋਲਿਟੀ। ਕਿਸ ਤਰ੍ਹਾਂ ਦੀ ਪੋਲਿਟੀ ਸੀ ਜੀ ਇਸ ਸਮੇਂ? ਸੰਗਮ ਕਾਲ ਦੌਰਾਨ ਵਿਰਾਸਤੀ ਰਾਜਸ਼ਾਹੀ ਸਰਕਾਰ ਦਾ ਰੂਪ ਸੀ। ਹੈਰੀਡੀਟਰੀ ਕਿੰਗ ਬਣਦਾ ਸੀ ਜੀ, ਰਾਜੇ ਦਾ ਪੁੱਤਰ, ਉਹਦਾ ਅੱਗੇ ਪੁੱਤਰ, ਇਸ ਤਰ੍ਹਾਂ ਰਾਜੇ ਬਣਦੇ ਸੀ ਬਾਰ-ਬਾਰ। ਇੱਕ ਹੀ ਫੈਮਿਲੀ ਵਿੱਚ ਕੀ ਹੈ, ਰਾਜਾ ਬਣਦਾ ਸੀ। ਰਾਜਾ ਆਪਣੇ ਮੰਤਰੀ, ਦਰਬਾਰੀ ਕਵੀ ਅਤੇ ਸ਼ਾਹੀ ਦਰਬਾਰੀ, ਜਿਨ੍ਹਾਂ ਨੂੰ ਅਵਈ ਵੀ ਕਿਹਾ ਜਾਂਦਾ ਸੀ, ਅਵਈ ਇਹ ਇੰਪੋਰਟੈਂਟ ਸ਼ਬਦ ਆ। ਅਵਈ ਕੌਣ ਸੀ? ਸ਼ਾਹੀ ਦਰਬਾਰੀ। ਇਹਨਾਂ ਦੀ ਸਲਾਹ ਲੈਂਦਾ ਸੀ। ਠੀਕ, ਸਾਰੇ ਹੀ ਚੌਲ, ਪਾਂਡਿਆ, ਚੇਰਾ ਵਗੈਰਾ ਸਾਰੇ ਹੀ ਇਸ ਤਰ੍ਹਾਂ ਹੀ ਚੱਲਦੇ ਸੀ। ਚੋਲ, ਪਾਂਡਿਆ ਅਤੇ ਚੇਰਾ ਤਿੰਨਾਂ ਰਾਜਵੰਸ਼ਾਂ ਦਾ ਆਪਣਾ ਸ਼ਾਹੀ ਪ੍ਰਤੀਕ ਸੀ, ਰਾਇਲ ਐਂਬਲਮ ਸੀ, ਸ਼ਾਹੀ ਪ੍ਰਤੀਕ। ਜਿਸ ਤਰ੍ਹਾਂ ਹੁੰਦਾ ਨਹੀਂ ਆਪਣਾ, ਜਿਸ ਪੰਜਾਬੀਆਂ ਦਾ ਸਿੱਖਾਂ ਦਾ ਜਿਸ ਤਰ੍ਹਾਂ ਖੰਡਾ ਆ ਨਿਸ਼ਾਨ, ਉਸ ਹਿਸਾਬ ਨਾਲ ਇਹਨਾਂ ਰਾਜਵੰਸ਼ਾਂ ਦਾ ਵੀ ਆਪਣਾ ਇੱਕ ਨਿਸ਼ਾਨ ਸੀ। ਇੱਥੋਂ ਪ੍ਰਸ਼ਨ ਆ ਸਕਦਾ, ਚੋਲ ਦਾ ਨਿਸ਼ਾਨ ਸੀ ਸ਼ੇਰ, ਪਾਂਡਿਆਂ ਦਾ ਨਿਸ਼ਾਨ ਸੀ ਮਛਲੀ ਅਤੇ ਚੇਰਾ ਦਾ ਨਿਸ਼ਾਨ ਸੀ ਤੀਰ ਤੇ ਧਨੁਸ਼। ਇਹ ਲਾਈਨ ਇੰਪੋਰਟੈਂਟ ਆ। ਚੇਰਾ ਦਾ ਨਿਸ਼ਾਨ ਸੀ ਤੀਰ ਤੇ ਧਨੁਸ਼। ਸ਼ਾਹੀ ਦਰਬਾਰ ਜਾਂ ਆਵੀ ਨਹੀਂ, ਅਵਈ ਹੈ ਇਹ, ਆਵਈ। ਇਸ ਵਿੱਚ ਬਹੁਤ ਸਾਰੇ ਮੁਖੀਆਂ ਅਤੇ ਅਧਿਕਾਰੀ ਹਾਜ਼ਰ ਹੁੰਦੇ ਸਨ। ਆਫੀਸ਼ੀਅਲਸ, ਚੀਫਸ, ਇਹ ਸਾਰੇ ਹੁੰਦੇ ਸੀ ਜੀ ਦਰਬਾਰ ਵਿੱਚ। ਰਾਜੇ ਦੀ ਮਦਦ ਅਧਿਕਾਰੀਆਂ ਦੇ ਇੱਕ ਵੱਡੇ ਸਮੂਹ ਦੁਆਰਾ ਜਾਂਦੀ ਸੀ, ਜੋ 5 ਕੌਂਸਲਾਂ ਵਿੱਚ ਵੰਡੇ ਗਏ ਸਨ। ਹੁਣ ਰਾਜੇ ਦੀ ਹੈਲਪ ਲਈ ਜਿਹੜੇ ਸਲਾਹ ਦਿੰਦੇ ਸੀ ਦਰਬਾਰੀ ਸਮੂਹ ਪੂਰਾ ਸੀ ਪ੍ਰੋਪਰ। ਇਹਨਾਂ ਨੂੰ 5 ਹਿੱਸਿਆਂ 'ਚ ਅਸੀਂ ਵੰਡ ਸਕਦੇ ਹਾਂ, ਅਲੱਗ-ਅਲੱਗ ਕੌਂਸਲ। ਠੀਕ, ਇੱਕ ਤਾਂ ਹੁੰਦਾ ਸੀ ਜੀ ਮੰਤਰੀ, ਉਹਨਾਂ ਦੀ ਭਾਸ਼ਾ ਵਿੱਚ ਅਮਾਈਚਾਰ ਕਹਿੰਦੇ ਸੀ। ਇੱਕ ਸੀ ਪੁਜਾਰੀ, ਅੰਥਾਨਾਰ, ਇੱਕ ਸੀ ਫੌਜੀ ਕਮਾਂਡਰ, ਸੈਨਾਪਤੀ, ਇੱਕ ਸੀ ਰਾਜਦੂਤ, ਤੁਥਾਰ, ਇੱਕ ਸੀ ਜਾਸੂਸ, ਔਰਾਰ। ਇਹ ਸ਼ਾਇਦ ਨਾਮ ਤੁਹਾਨੂੰ ਨਾ ਯਾਦ ਰਹਿਣ, ਤੁਥਾਰ, ਅਮਾਈਚਾਰ, ਤੁਸੀਂ ਆਹ ਯਾਦ ਰੱਖ ਲਓ। ਇੱਕ ਸੀ ਮੰਤਰੀ, ਇੱਕ ਸੀ ਪੁਜਾਰੀ, ਇੱਕ ਸੀ ਫੌਜੀ ਕਮਾਂਡਰ, ਸੈਨਾਪਤੀ, ਇੱਕ ਸੀ ਰਾਜਦੂਤ, ਇੱਕ ਸੀ ਜਾਸੂਸ ਵਗੈਰਾ। ਇਸ ਤਰ੍ਹਾਂ ਦੇ ਹੁੰਦੇ ਸੀ ਜੀ ਇਹਨਾਂ ਦੇ ਅਫੀਸ਼ੀਅਲ। ਸੰਗਮ ਯੁੱਗ ਦੌਰਾਨ ਫੌਜੀ ਪ੍ਰਸ਼ਾਸਨ ਨੂੰ ਵੀ ਕੁਸ਼ਲਤਾ ਨਾਲ ਸੰਗਠਿਤ ਕੀਤਾ ਗਿਆ ਸੀ। ਠੀਕ ਹੈ ਜੀ।
ਜ਼ਮੀਨੀ ਮਾਲੀਆ ਮਤਲਬ ਲੈਂਡ ਰੈਵਨਿਊ ਇਹ ਰਾਜ ਦੀ ਆਮਦਨ ਦਾ ਮੁੱਖ ਸਰੋਤ ਸੀ। ਮੇਜਰ ਸੋਰਸ ਆਫ ਇਨਕਮ ਕੀ ਸੀ? ਲੈਂਡ ਰੈਵਨਿਊ। ਮੇਨ ਸੋਰਸ ਆਫ ਇਨਕਮ ਹਮੇਸ਼ਾ ਲੈਂਡ ਰੈਵਨਿਊ ਹੀ ਰਿਹਾ। ਪੁਰਾਣੀ ਹਿਸਟਰੀ ਵਿੱਚ, ਏਸ਼ੀਅਨ ਹਿਸਟਰੀ ਵਿੱਚ ਲੈਂਡ ਤੋਂ ਹੀ ਜੋ ਆਮਦਨ ਆਉਂਦੀ ਸੀ, ਰੈਵਨਿਊ ਆਉਂਦਾ ਸੀ, ਉਹੀ ਰਿਹਾ ਜ਼ਿਆਦਾ ਮੇਜਰ ਸੋਰਸ ਆਫ ਇਨਕਮ। ਬਾਅਦ ਵਿੱਚ ਜਿਸ ਤਰ੍ਹਾਂ ਆਰਟੀਸ਼ਨ ਤੇ ਵੀ ਟੈਕਸ ਟੁਕਸ ਲੱਗਣ ਲੱਗ ਗਏ ਸੀ, ਤੇ ਨਾਲ ਹੀ ਜਦੋਂ ਯੁੱਧ ਲੜਦੇ ਸੀ ਉਸ ਵੇਲੇ ਵੀ ਜੋ ਦੂਸਰੇ ਤੋਂ ਲੁੱਟ ਲਿਆ ਉਹ ਇੱਕ ਮੇਨ ਸੋਰਸ ਸੀ ਇਨਕਮ ਦਾ। ਜਦੋਂ ਕਿ ਵਿਦੇਸ਼ੀ ਵਪਾਰ ਤੇ ਕਸਟਮ ਡਿਊਟੀ ਵੀ ਲਗਾਈ ਜਾਂਦੀ ਸੀ। ਫੋਰਨ ਟ੍ਰੇਡ ਦੇ ਉੱਤੇ ਕਸਟਮ ਡਿਊਟੀ ਵੀ ਲੱਗਦੀ ਸੀ, ਜੋ ਅੱਜ ਦੇ ਟਾਈਮ ਵਿੱਚ ਵੀ ਲੱਗਦੀ ਆ। ਲੁੱਟਾਂ ਖੋਹਾਂ ਅਤੇ ਤਸਕਰੀ ਨੂੰ ਰੋਕਣ ਲਈ ਸੜਕਾਂ ਅਤੇ ਰਾਜਮਾਰਗਾਂ ਦੀ ਚੰਗੀ ਤਰ੍ਹਾਂ ਸਾਂਭ ਸੰਭਾਲ ਕੀਤੀ ਜਾਂਦੀ ਸੀ ਅਤੇ ਦਿਨ ਰਾਤ ਪਹਿਰਾ ਦਿੱਤਾ ਜਾਂਦਾ ਸੀ। ਠੀਕ, ਅੱਗੇ ਅਸੀਂ ਪੜ੍ਹਦੇ ਹਾਂ ਜੀ ਸੰਗਮ ਸੋਸਾਇਟੀ ਜਾਂ ਸਮਾਜ ਬਾਰੇ। ਸਮਾਜ ਕਿਸ ਤਰ੍ਹਾਂ ਦਾ ਸੀ? ਸਮਾਜ ਦੀ ਗੱਲ ਆਉਂਦੀ ਆ ਤਾਂ ਦੋ ਤਿੰਨ ਗੱਲਾਂ ਆਉਂਦੀਆਂ, ਜਾਤ ਪਾਤ ਤੇ ਔਰਤ ਦੀ ਕਿਸ ਸਥਿਤੀ ਸੀ, ਸਿਚੁਏਸ਼ਨ ਸੀ ਔਰਤ ਦੀ। ਇਹ ਦੋ ਮੇਜਰ ਗੱਲਾਂ ਸਮਾਜ ਵਿੱਚ ਆਉਂਦੀਆਂ। ਟੋਕਾ ਪੀਆਰ ਨੇ ਜੋ ਲਿਖਿਆ ਸੀ ਉਸ ਵਿੱਚ ਜ਼ਮੀਨਾਂ ਦੀ 5 ਪ੍ਰਕਾਰ ਦੀ ਵੰਡ ਦੱਸੀ ਗਈ ਹੈ। 5 ਪ੍ਰਕਾਰ ਦੀ ਵੰਡ। ਇਹ ਤੁਸੀਂ ਸਬਜੈਕਟਿਵ ਪ੍ਰਸ਼ਨ ਮੇਨਸ ਇਸ ਤਰ੍ਹਾਂ ਦੇ ਆ ਜਾਂਦੇ ਆ ਕਿ ਤਮਿਲ ਸੰਗਮ ਲਿਟਰੇਚਰ ਵਿੱਚ ਸਮਾਜ ਬਾਰੇ ਕੀ ਦੱਸਿਆ ਆ, ਤਾਂ ਆਹ ਤੁਸੀਂ ਜ਼ਰੂਰ ਲਿਖਿਓ ਕਿ ਜ਼ਮੀਨ 5 ਪ੍ਰਕਾਰ ਦੀ ਸੀ। ਇੱਕ ਜੀ ਪਹਾੜੀ ਜ਼ਮੀਨ, ਪਹਾੜੀ ਮਾਰਗ। ਇੱਕ ਸੀ ਪੈਸਟੋਰਲ, ਆਪਣੀ ਜਿੱਥੇ ਘਾਹ ਉੱਗਿਆ ਹੁੰਦਾ ਸੀ ਪਸ਼ੂਆਂ ਨੂੰ ਚਰਾਉਣ ਲਈ, ਪੈਸਟੋਰਲ ਚਾਰੇ ਵਾਲੀ ਜ਼ਮੀਨ। ਇੱਕ ਸੀ ਖੇਤੀਬਾੜੀ ਲਈ। ਇੱਕ ਸੀ ਕੋਸਟਲ ਸਮੁੰਦਰ ਦੇ ਤੱਟ ਤੇ, ਤਾਂ ਇੱਕ ਸੀ ਮਾਰੂਥਲ ਵਾਲੀ ਜ਼ਮੀਨ। ਠੀਕ, ਆ ਇਹਨਾਂ ਦੇ ਨਾਮ ਆ ਜੀ ਤਮਿਲ ਚ ਕੁਰਿੰਜੀ, ਮੁਲਾਈ, ਮਾਰੂਦਮ, ਨੀਡਲ, ਪਲਾਈ। ਇਹ ਪੁੱਛਿਆ ਜਾ ਸਕਦਾ ਇਹ ਕੀ ਆ? ਕੁਰਿੰਜੀ, ਮੁਲਾਈ, ਮਾਰੂਦਮ, ਨੀਡਲ, ਪਲਾਈ ਕੀ ਆ ਇਹ ਬੇਸਿਕਲੀ ਜ਼ਮੀਨਾਂ ਦੀ ਪ੍ਰਕਾਰ ਆ। ਇਹਨਾਂ 5 ਭਾਗਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਆਪਣੇ ਆਪਣੇ ਮੁੱਖ ਕਿੱਤਿਆਂ ਦੇ ਨਾਲ ਨਾਲ ਪੂਜਾ ਲਈ ਦੇਵਤੇ ਵੀ ਸਨ। ਇਹਨਾਂ ਦੇ ਆਪਣੇ ਆਪਣੇ ਮੁੱਖ ਕਿੱਤੇ ਸੀ। ਹੁਣ ਤੁਸੀਂ ਹਿਸਾਬ ਲਾਓ ਕਿ ਜਿੱਥੇ ਆ ਚਾਰੇ ਵਾਲੀ ਜ਼ਮੀਨ ਆ ਉੱਥੇ ਲੋਕ ਕੀ ਕਰਦੇ ਹੋਣਗੇ? ਜ਼ਿਆਦਾਤਰ ਪਸ਼ੂ ਚਰਾਉਂਦੇ ਹੋਣਗੇ, ਤੇ ਉਹਨਾਂ ਦਾ ਇੱਕ ਆਪਣਾ ਦੇਵਤਾ ਸੀ। ਹਰ ਕਿਸੇ ਦਾ ਇੱਕ ਆਪਣਾ ਆਪਣਾ ਦੇਵਤਾ ਸੀ। ਦੇਖਦੇ ਜੀ ਪਹਾੜੀ ਏਰੀਏ ਵਿੱਚ ਜਿਹਨੂੰ ਕੁਰਿੰਜੀ ਕਹਿੰਦੇ ਆ, ਮੁੱਖ ਦੇਵਤਾ ਮੁਰਗਨ ਸੀ। ਅੱਛਾ, ਇੱਥੇ ਤੁਸੀਂ ਇੱਕ ਟ੍ਰਿਕ ਅਪਣਾਉਣਾ ਆ। ਆਹ 5-6 ਨਾਂ ਆ ਨਾ, ਇਹ 5-6 ਨਾਮ ਵਿੱਚੋਂ ਸਾਰੇ 5 ਨਾਮ ਯਾਦ ਨਹੀਂ ਕਰਨੇ, ਤੁਸੀਂ ਕੁਰਿੰਜੀ ਯਾਦ ਕਰ ਲਓ ਜੀ। ਚਲੋ ਜੀ ਕੁਰਿੰਜੀ ਕਰ ਲਿਆ ਯਾਦ। ਕੁਰਿੰਜੀ ਕੀ ਆ? ਪਹਾੜੀ ਮਾਰਗ। ਤੇ ਬਾਕੀ ਵੀ ਕੁਝ ਹੁੰਦੇ ਹੋਣਗੇ, ਤਾਂ ਜਦੋਂ ਐਗਜ਼ਾਮੀਨਰ ਨੇ ਪੇਪਰ 'ਚ ਪੁੱਛਣਾ ਆ ਤਾਂ ਉਹਨੂੰ ਸਾਰੇ ਨਾਮ ਦਿੱਤੇ ਹੋਣੇ ਆ, ਤੁਸੀਂ ਕੁਰਿੰਜੀ ਚੱਕ ਲੈਣਾ। ਹਾਂਜੀ, ਇਹ ਕੀ ਆ? ਸੰਗਮ ਸਮਾਜ ਦੇ ਜ਼ਮੀਨਾਂ ਦਾ ਪ੍ਰਕਾਰ ਆ। ਠੀਕ ਹੈ, ਪਹਾੜੀ ਜ਼ਮੀਨ ਕੁਰਿੰਜੀ, ਇਹਨਾਂ ਦਾ ਮੁੱਖ ਦੇਵਤਾ ਸੀ ਜੀ ਮੁਰਗਨ, ਤੇ ਮੁੱਖ ਕਿੱਤਾ ਸੀ ਸ਼ਿਕਾਰ ਕਰਨਾ ਅਤੇ ਸ਼ਹਿਦ ਇਕੱਠਾ ਕਰਨਾ। ਠੀਕ, ਖੇਤੀਬਾੜੀ ਥੋੜੀ ਕਰਨੀ ਉੱਥੇ ਹੁਣ ਪਹਾੜਾਂ 'ਚ, ਤੇ ਉਹ ਜਾਨਵਰਾਂ ਦਾ ਸ਼ਿਕਾਰ ਵਗੈਰਾ ਕਰਦੇ ਸੀ ਤੇ ਦਰਖਤਾਂ ਤੋਂ ਸ਼ਹਿਦ ਵਗੈਰਾ ਇਕੱਠਾ ਕਰ ਲੈਂਦੇ ਸੀ। ਪੈਸਟੋਰਲ ਮੁਲਾਈ ਕਹਿੰਦੇ ਇਹਨੂੰ ਜੀ, ਚਰਵਾਹੇ ਵਾਲੀ ਜ਼ਮੀਨ। ਮੁੱਖ ਦੇਵਤਾ ਸੀ ਮੇਨ ਮਤਲਬ ਵਿਸ਼ਨੂੰ। ਮੁੱਖ ਕਿੱਤਾ ਸੀ ਪਸ਼ੂ ਪਾਲਣ ਅਤੇ ਡੇਅਰੀ ਉਤਪਾਦ। ਪਸ਼ੂ ਹੀ ਪਾਲਣੇ ਆ, ਜਿੱਥੇ ਘਾਹ ਉੱਗਿਆ ਉੱਥੇ ਪਸ਼ੂ ਚਰਾ ਕੇ ਪਸ਼ੂ ਪਾਲਣੇ। ਖੇਤੀਬਾੜੀ ਮਰੂਦਮ, ਮੁੱਖ ਦੇਵਤਾ ਸੀ ਇੰਦਰ। ਮੁੱਖ ਕਿੱਤਾ ਖੇਤੀਬਾੜੀ ਕਰਨਾ। ਤਟਵਰਤੀ ਨੀਡਲ, ਮੁੱਖ ਦੇਵਤਾ ਸੀ ਵਰੁਣ ਅਤੇ ਮੁੱਖ ਕਿੱਤਾ ਸੀ ਮੱਛੀ ਫੜਨਾ ਅਤੇ ਨਮਕ ਦਾ ਨਿਰਮਾਣ ਕਰਨਾ। ਆ ਸਿੰਪਲ ਦੇਖੋ ਨਾ, ਤਟਵਰਤੀ ਜਿਹੜਾ ਕੋਸਟਲ ਹੋਊਗਾ ਜ਼ਮੀਨ, ਉੱਥੇ ਕੀ ਆ? ਮੱਛਲੀ ਵਗੈਰਾ ਫੜਨਾ ਤੇ ਲੂਣ ਬਣਾਉਣਾ, ਇਹੀ ਕਿੱਤੇ ਹੋਣੇ ਮੇਨ, ਹੋਰ ਕਿਹੜੇ? ਅੱਗੇ ਹੈ ਜੀ ਮਰੂਸਥਲ ਯਾਨੀ ਕਿ ਪਲਾਈ। ਮੁੱਖ ਦੇਵਤਾ ਕੋੜਾਵਈ ਕੋਈ ਹੋਏਗਾ ਇਹਨਾਂ ਦਾ, ਤੇ ਮੁੱਖ ਕਿੱਤਾ ਸੀ ਡਾਕਾ ਵਗੈਰਾ ਮਾਰਨਾ। ਹੁਣ ਮਰੂਸਥਲ 'ਚ ਉੱਥੇ ਖੇਤੀ ਨਹੀਂ ਹੁੰਦੀ, ਨਾ ਘਾਹ ਫੂਸ ਹੁੰਦਾ ਆ, ਨਾ ਦਰਖਤ ਆ, ਫੋਰੈਸਟ ਆ, ਕੀ ਕਰਨਾ? ਤਾਂ ਉੱਥੇ ਡਾਕੂ ਹੀ ਹੋਣੇ ਆ, ਹਨਾ ਜੀ। ਡਾਕੂ ਵਗੈਰਾ ਸੀ ਇੱਥੇ ਲੋਕ ਰਹਿੰਦੇ ਜ਼ਿਆਦਾ ਮਰੂਸਥਲ ਵਿੱਚ। ਠੀਕ ਹੈ ਜੀ। ਟੋਕਪੀਅਮ 4 ਜਾਤੀਆਂ ਦਾ ਹਵਾਲਾ ਵੀ ਦਿੰਦਾ ਹੈ। ਸਮਾਜ 4 ਜਾਤਾਂ ਵਿੱਚ ਵੰਡਿਆ ਸੀ, ਅਰਥਾਤ ਅਰਸਾਰ, ਅੰਤਨਾਰ, ਮਨੀਗਰ ਅਤੇ ਬੇਲਲਰ। ਬੇਲਲਰ ਬਹੁਤ ਇੰਪੋਰਟੈਂਟ ਸ਼ਬਦ ਆ। ਇਹ ਤਾਂ ਸਾਡੀ ਨਾਰਥ ਇੰਡੀਆ ਵਾਲੀ ਜਾਤੀ ਸਿਸਟਮ ਦੇ ਹਿਸਾਬ ਨਾਲ ਹੀ ਆ। ਅਰਸਾਰ ਹਾਕਮ ਜਾਤ ਨੂੰ ਅਰਸਰ ਕਿਹਾ ਜਾਂਦਾ ਸੀ। ਹਾਕਮ ਜਿਹੜੀ ਰੂਲਿੰਗ ਕਲਾਸ ਸੀ, ਰਾਜੇ ਵਗੈਰਾ, ਅਰਸਰ। ਕਸ਼ਤਰੀ ਹੋ ਗਏ ਜੀ ਨਾਰਥ ਇੰਡੀਆ ਦੇ। ਅੰਤਨਾਰਾ ਹੋ ਗਏ ਤੁਹਾਡੇ ਧਾਰਮਿਕ ਲੋਕ, ਬ੍ਰਾਹਮਣ ਵਗੈਰਾ।
ਇਹਨਾਂ ਨੇ ਸੰਗਮ ਰਾਜਨੀਤਿਕ ਅਤੇ ਧਰਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਠੀਕ ਹੈ ਜੀ। ਵਣੀਗਰ ਹਨਾ, ਵਣਜਾਰੇ ਹੋ ਗਏ, ਇਹ ਵਪਾਰ ਵਗੈਰਾ ਕਰਦੇ ਸੀ। ਤੇ ਵੇਲਰ ਕੌਣ ਸੀ? ਕਿਸਾਨ ਸਨ। ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਹੋਰ ਵੀ ਕਈ ਸੀਗੀਆਂ ਜਾਤੀਆਂ। ਆਹ 4 ਹੋ ਗਈਆਂ ਸਮਾਜ ਦੀ ਵੰਡ। ਟੋਕਾ ਪੀਐਮ ਵਿੱਚ 4 ਜਾਤੀਆਂ ਦਾ ਹਵਾਲਾ ਮਿਲਦਾ ਹੈ। ਅੱਗੇ ਦੇਖਦੇ ਧਰਮ। ਇਹਨਾਂ ਦਾ ਧਰਮ ਕਿਸ ਤਰ੍ਹਾਂ ਦਾ ਸੀ? ਧਰਮ ਸੰਗਮ ਕਾਲ ਦਾ ਮੁੱਖ ਦੇਵਤਾ ਸਿਯੋਨ ਜਾਂ ਮੁਰਗਨ ਸੀ। ਮੇਨ ਡੀਟੀ ਕੌਣ ਹੋ ਗਿਆ? ਸਿਯੋਨ, ਇੰਪੋਰਟੈਂਟ ਹੈ, ਜਾਂ ਮੁਰਗਨ, ਜਿਸ ਨੂੰ ਤਾਮਿਲ ਦੇਵਤਾ ਕਿਹਾ ਜਾਂਦਾ ਹੈ। ਮੁਰਗਨ ਦੀ ਪੂਜਾ ਦਾ ਪ੍ਰਾਚੀਨ ਮੂਲ ਸੀ। ਮੀਨ ਇਹ ਬਹੁਤ ਪੁਰਾਣੇ ਟਾਈਮ ਤੋਂ ਆ ਮੁਰਗਨ ਭਗਵਾਨ, ਉਸ ਏਰੀਏ ਦਾ ਬਹੁਤ ਪੁਰਾਣੇ ਮੂਲ ਦਾ ਭਗਵਾਨ ਹੈ। ਅਤੇ ਸੰਗਮ ਸਾਹਿਤ ਵਿੱਚ ਭਗਵਾਨ ਮੁਰਗਨ ਨਾਲ ਸੰਬੰਧਿਤ ਤਿਉਹਾਰਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੇ ਨਾਲ ਸੰਬੰਧਿਤ ਤਿਉਹਾਰ ਵੀ ਮਨਾਏ ਜਾਂਦੇ ਆ। ਧਰਮ ਦਾ ਐਂਗਲ ਆ ਗਿਆ। ਇਹ ਵੀ ਸਮਾਜ ਦੇ ਵਿੱਚ ਹੀ ਆਉਂਦਾ ਜੀ, ਧਰਮ ਦਾ ਐਂਗਲ ਵੀ ਕਾਫੀ ਹੱਦ ਤੱਕ। ਮੈਓਨ ਵਿਸ਼ਨੂੰ ਨੂੰ ਕਹਿੰਦੇ ਸੀ। ਵੈਂਡਨ ਇੰਦਰ, ਵਿਸ਼ਨੂੰ, ਇੰਦਰ, ਵਰੁਣ ਅਤੇ ਕੋੜਾਵਾਈ, ਇਹ ਵੀ ਸੰਗਮ ਕਾਲ ਵਿੱਚ ਪੂਜੇ ਜਾਂਦੇ ਹੋਰ ਭਗਵਾਨ ਸਨ। ਇਹ ਵੀ ਉਸ ਸਮੇਂ ਦੇ ਗੌਡ ਸਨ। ਸੰਗਮ ਕਾਲ ਵਿੱਚ ਹੀਰੋ ਸਟੋਨ ਜਾਂ ਨਾੜੂਕਲ, ਆਹ ਇੰਪੋਰਟੈਂਟ ਸ਼ਬਦ ਹੋ ਗਿਆ, ਹੀਰੋ ਸਟੋਨ ਜਾਂ ਨਾੜੂਕਲ। ਨਾੜੂਕਲ ਕੀ ਆ? ਇਸ ਤਰ੍ਹਾਂ ਪੁੱਛਿਆ ਜਾ ਸਕਦਾ, ਇੰਪੋਰਟੈਂਟ ਹੈ ਇਹ ਜੀ। ਹੀਰੋ ਸਟੋਨ, ਜਿਸ ਤਰ੍ਹਾਂ ਮੰਨ ਲਓ ਕਿ ਯੁੱਧ ਵਿੱਚ ਕੋਈ ਸੈਨਾ ਦਾ ਜਿਹੜਾ ਹੈ ਆਪਣਾ ਸਿਪਾਹੀ ਆ, ਉਹ ਵੀਰਗਤੀ ਨੂੰ ਪ੍ਰਾਪਤ ਹੋ ਜਾਂਦਾ, ਸ਼ਹੀਦ ਹੋ ਜਾਂਦਾ, ਤਾਂ ਉਸ ਦੀ ਯਾਦ ਵਿੱਚ ਇੱਕ ਪੱਥਰ ਸਥਾਪਿਤ ਕੀਤਾ ਜਾਂਦਾ ਸੀ, ਉਸ ਦੀ ਵੀਰਤਾ ਨੂੰ ਦਰਸਾਉਂਦਾ ਹੋਇਆ, ਤੇ ਉਸ ਦੀ ਪੂਜਾ ਹੁੰਦੀ ਸੀ। ਉਹਨੂੰ ਕਹਿੰਦੇ ਜੀ ਹੀਰੋ ਸਟੋਨ। ਸਟੋਨ ਮਤਲਬ ਪੱਥਰ। ਉਸ ਹੀਰੋ, ਉਸ ਬਹਾਦਰ ਦੀ ਯਾਦ ਵਿੱਚ ਇੱਕ ਪੱਥਰ ਸਥਾਪਿਤ ਕਰ ਦਿੱਤਾ ਜਾਣਾ, ਇਸ ਨੂੰ ਕਹਿੰਦੇ ਨਾੜੂਕਲ। ਇਸ ਦੀ ਪੂਜਾ ਵੀ ਕੀਤੀ ਜਾਂਦੀ ਸੀ। ਹੀਰੋ ਸਟੋਨ ਯੁੱਧ ਵਿੱਚ ਯੋਧੇ ਦੁਆਰਾ ਦਿਖਾਈ ਗਈ ਬਹਾਦਰੀ ਦੀ ਯਾਦ ਵਿੱਚ ਬਣਾਇਆ ਗਿਆ ਸੀ। ਤਾਮਿਲਨਾਡੂ ਦੇ ਵੱਖ-ਵੱਖ ਹਿੱਸਿਆਂ ਵਿੱਚ ਬਹੁਤ ਸਾਰੇ ਹੀਰੋ ਪੱਥਰ, ਹੀਰੋ ਸਟੋਨ, ਜਿਨ੍ਹਾਂ ਉੱਤੇ ਦੰਤ ਕਥਾਵਾਂ ਲਿਖੀਆਂ ਹੋਈਆਂ ਹਨ, ਮਿਲੀਆਂ ਹਨ। ਇਹਨਾਂ ਪੱਥਰਾਂ ਤੇ ਦੰਤ ਕਥਾਵਾਂ ਵੀ ਲਿਖੀਆਂ ਗਈਆਂ ਸਨ। ਦੰਤ ਕਥਾਵਾਂ ਕੀ ਹੁੰਦੀਆਂ? ਜਿਹੜੀਆਂ ਕਥਾਵਾਂ ਚੱਲਦੀਆਂ ਸਮਾਜ ਵਿੱਚ, ਉਹਨਾਂ ਵਿੱਚ ਜੇ ਥੋੜਾ ਇਤਿਹਾਸ ਐਡ ਕਰ ਦਿੱਤਾ ਜਾਵੇ। ਮੀਨ ਉਹ ਕਥਾਵਾਂ ਹੋਈਆਂ ਤਾਂ ਹੈ, ਇਸ ਤਰ੍ਹਾਂ ਦੀ ਗੱਲ ਨਹੀਂ ਕਿ ਉਹ ਸਟੋਰੀ ਹਿਸਟਰੀ ਵਿੱਚ ਨਹੀਂ ਹੋਈ, ਹੁੰਦੀਆਂ ਆ, ਇੰਸੀਡੈਂਟ ਹੋਏ ਹੁੰਦੇ ਆ, ਪਰ ਉਹਨਾਂ ਵਿੱਚ ਸ਼ਰਧਾ ਵਸ ਅਸੀਂ ਨਾ ਕਈ ਮਿਥਿਹਾਸਿਕ ਗੱਲਾਂ ਐਡ ਕਰ ਦਿੰਦੇ ਹਾਂ। ਮਿਥਿਹਾਸਿਕ ਗੱਲਾਂ ਜਿਸ ਤਰ੍ਹਾਂ ਮੰਨ ਲਓ ਕਿ ਪੂਰਨ ਭਗਤ ਖੂਹ ਵਿੱਚ ਡਿੱਗ ਗਿਆ, ਠੀਕ, ਤੇ ਮਛੰਦਰ ਨਾਥ ਨੇ ਉਸਨੂੰ ਧਾਗੇ ਰਾਹੀਂ ਬਾਹਰ ਕੱਢ ਲਿਆ। ਹੁਣ ਧਾਗੇ ਨਾਲ ਬਾਹਰ ਤਾਂ ਕੱਢਿਆ ਨਹੀਂ ਜਾ ਸਕਦਾ, ਪਰ ਕਹਾਣੀ ਬਣ ਗਈ। ਇਸ ਤਰ੍ਹਾਂ ਦੀਆਂ ਗੱਲਾਂ ਐਡ ਹੋ ਜਾਂਦੀਆਂ, ਉਹਨੂੰ ਕਹਿੰਦੇ ਜੀ ਦੰਤ ਕਥਾਵਾਂ। ਹੁਣ ਆਬਵੀਅਸ ਜੀ ਗੱਲ ਹੈ ਕਿ ਉਸ ਬਹਾਦਰ ਦੇ ਨਾਲ ਸੰਬੰਧਿਤ ਕੋਈ ਦੰਤ ਕਥਾਵਾਂ ਹੋਣਗੀਆਂ ਵੀ ਉਸਨੇ ਬਹਾਦਰੀ ਨਾਲ ਲੜਦੇ ਲੜਦੇ ਉਹਦਾ ਗਲਾ ਵੀ ਕੱਟਿਆ ਗਿਆ ਸੀ ਕਾਫੀ, ਫਿਰ ਵੀ ਉਹ ਲੜਦਾ ਰਿਹਾ, ਹਨਾ, ਲੜਦੇ ਲੜਦੇ ਸ਼ਹੀਦੀ ਪ੍ਰਾਪਤ ਕੀਤੀ। ਇਸ ਤਰ੍ਹਾਂ ਦੀਆਂ ਕਹਾਣੀਆਂ। ਇਸ ਤਰ੍ਹਾਂ ਮ੍ਰਿਤਕ ਦੀ ਪੂਜਾ ਕਰਨ ਦੀ ਬਹੁਤ ਪੁਰਾਤਨਤਾ ਹੈ। ਜਿਹੜਾ ਮਰ ਗਿਆ ਉਹਦੀ ਵੀ ਪੂਜਾ ਕੀਤੀ ਜਾਂਦੀ ਸੀ, ਅੱਜ ਵੀ ਕੀਤੀ ਜਾਂਦੀ ਹੈ। ਅੱਗੇ ਗੱਲ ਆਉਂਦੀ ਜੀ ਔਰਤਾਂ ਦੀ ਸਥਿਤੀ। ਔਰਤਾਂ ਦੀ ਸਥਿਤੀ ਸੰਗਮ ਸਾਹਿਤ ਵਿੱਚ, ਸੰਗਮ ਯੁੱਗ ਵਿੱਚ ਔਰਤਾਂ ਦੀ ਸਥਿਤੀ ਦਾ ਪਤਾ ਲਗਾਉਣ ਲਈ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ। ਸੰਗਮ ਲਿਟਰੇਚਰ ਵਿੱਚ ਕਾਫੀ ਗੱਲਾਂ ਹੈ ਜਿੱਥੋਂ ਸਾਨੂੰ ਪਤਾ ਲੱਗਦਾ ਕਿ ਉਸ ਸਮੇਂ ਔਰਤਾਂ ਦੀ ਕੀ ਹਾਲਤ ਸੀ, ਸਥਿਤੀ ਸੀ। ਅਬਵਾਇਰ, ਨਚ ਚੇਲਿਆਰ ਅਤੇ ਕਕਾਈਪ ਦੀਨੀਅਰ ਵਰਗੀਆਂ ਮਹਿਲਾ ਕਵੀ, ਇਹ ਵੂਮਨ ਪੋਇਟ ਸੀ, ਮਹਿਲਾ ਕਵੀ ਇਸ ਸਮੇਂ ਵਿੱਚ ਪ੍ਰਫੁੱਲਿਤ ਹੋਏ ਅਤੇ ਤਮਿਲ ਸਾਹਿਤ ਵਿੱਚ ਯੋਗਦਾਨ ਪਾਇਆ। ਤੁਸੀਂ ਕਹਿਣਾ ਕਿ ਹਾਂ ਵੀ ਵੂਮਨ ਪੋਇਟ ਵੀ ਸੀ, ਜਿਹਦਾ ਜ਼ਿਕਰ ਸਾਨੂੰ ਤਮਿਲ ਸਾਹਿਤ ਵਿੱਚ, ਸੰਗਮ ਸਾਹਿਤ ਵਿੱਚ ਮਿਲਦਾ। ਠੀਕ ਹੈ ਜੀ। ਕਈ ਕਵਿਤਾਵਾਂ ਵਿੱਚ ਔਰਤਾਂ ਦੀ ਦਲੇਰੀ ਦੀ ਵੀ ਸ਼ਲਾਘਾ ਕੀਤੀ ਗਈ ਹੈ। ਔਰਤਾਂ ਦੀ ਦਲੇਰੀ, ਔਰਤਾਂ ਦੀ ਬਹਾਦਰੀ, ਇਹਨਾਂ ਬਾਰੇ ਵੀ, ਇਹਨਾਂ ਦੀ ਵੀ ਪ੍ਰੇਸ ਕੀਤੀ ਗਈ ਵੀ ਔਰਤ ਬਹਾਦਰ ਸੀ। ਇਹਦਾ ਮਤਲਬ ਉਹ ਵੀ ਘੋੜਸਵਾਰੀ ਕਰਦੀ ਹੋਏਗੀ, ਯੁੱਧ ਦੇ ਮੈਦਾਨ 'ਚ ਕਦੀ ਲੜੀ ਵੀ ਹੋਏਗੀ, ਕਿਤੇ ਨਾ ਕਿਤੇ ਲੜੀ ਹੋਏਗੀ, ਤਾਂ ਹੀ ਬਹਾਦਰੀ ਦਾ ਜ਼ਿਕਰ ਆਇਆ। ਕਰਪੂ ਜਾਂ ਪਵਿੱਤਰ ਜੀਵਨ ਨੂੰ, ਚੇਸਟ ਲਾਈਫ। ਕਰਪੂ ਜਾਂ ਪਵਿੱਤਰ ਜੀਵਨ, ਪਵਿੱਤਰ ਜੀਵਨ ਹੁੰਦਾ ਜੀ ਚੇਸਟ ਲਾਈਫ, ਮੀਨ ਆਪਣੇ ਪਤੀ ਤੋਂ ਇਲਾਵਾ ਪਰ ਮਰਦ ਪ੍ਰਤੀ
ਕੋਈ ਸੈਕਸ਼ੂਅਲ ਅਟਰੈਕਸ਼ਨ ਨਾ ਰੱਖਣੀ। ਇਸ ਜੀਵਨ ਨੂੰ ਔਰਤਾਂ ਦਾ ਸਭ ਤੋਂ ਉੱਚਾ ਗੁਣ ਮੰਨਿਆ ਜਾਂਦਾ ਸੀ। ਠੀਕ, ਪ੍ਰੇਮ ਵਿਆਹ ਤਾਂ ਆਮ ਵਰਤਾਰਾ ਸੀ, ਇੰਪੋਰਟੈਂਟ ਪੁਆਇੰਟ ਹੋ ਗਿਆ। ਲਵ ਮੈਰਿਜ ਚੱਲਦੀ ਸੀ, ਲਵ ਮੈਰਿਜ ਕਾਫੀ ਫੇਮਸ ਸੀ। ਔਰਤਾਂ ਨੂੰ ਆਪਣੇ ਜੀਵਨ ਸਾਥੀ ਦੀ ਚੋਣ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਕੁਐਸਚਨ ਆਏਗਾ ਕਿ ਉਹ ਆਪਣਾ ਜੀਵਨ ਸਾਥੀ ਚੁਣ ਸਕਦੀਆਂ ਸਨ? ਯੈਸ, ਚੁਣ ਸਕਦੀਆਂ ਸਨ। ਪਰ ਵਿਧਵਾਵਾਂ ਦੀ ਜ਼ਿੰਦਗੀ ਤਰਸਯੋਗ ਸੀ। ਵਿਧਵਾਵਾਂ, ਵਿਡੋ ਦੀ ਜ਼ਿੰਦਗੀ ਬਹੁਤੀ ਵਧੀਆ ਨਹੀਂ ਸੀ। ਸਮਾਜ ਦੇ ਉੱਚ ਵਰਗਾਂ ਵਿੱਚ ਸਤੀ ਪ੍ਰਥਾ ਪ੍ਰਚਲਿਤ ਸੀ। ਉਹਨਾਂ ਵਿੱਚ ਉੱਚ ਵਰਗਾਂ ਵਿੱਚ ਸਤੀ ਪ੍ਰਥਾ ਵੀ ਪ੍ਰਚਲਿਤ ਸੀ। ਨੱਚਣ ਵਾਲਿਆਂ ਦੀ ਸ਼੍ਰੇਣੀ ਨੂੰ ਰਾਜਿਆਂ ਅਤੇ ਅਹਿਲਕਾਰਾਂ ਮਤਲਬ ਨੋਬਲਸ ਦੁਆਰਾ ਸਰਪ੍ਰਸਤੀ ਦਿੱਤੀ ਜਾਂਦੀ ਸੀ। ਜਿਹੜੇ ਅਮੀਰ ਲੋਕ ਸੀ, ਰਾਜੇ ਹੋਏ, ਨੋਬਲਸ ਹੋਏ, ਅਹਿਲਕਾਰ ਹੋਏ ਰਾਜਿਆਂ ਦੇ, ਉਹਨਾਂ ਦੁਆਰਾ ਨੱਚਣ ਵਾਲਿਆਂ ਨੂੰ, ਡਾਂਸਰਸ ਨੂੰ ਪੈਟਰੋਨੇਜ ਦਿੱਤੀ ਜਾਂਦੀ ਸੀ। ਨਾਚ ਵਗੈਰਾ ਦੇਖਦੇ ਹੋਣਗੇ ਇਹਨਾਂ ਦਾ। ਅੱਗੇ ਹੈ ਜੀ ਕਲਾ, ਆਰਟ। ਇਹਨਾਂ ਲੋਕਾਂ ਦਾ ਆਰਟ ਕਿਸ ਤਰ੍ਹਾਂ ਦਾ ਸੀ? ਕਲਾ। ਸੰਗਮ ਯੁੱਗ ਦੇ ਲੋਕਾਂ ਵਿੱਚ ਕਵਿਤਾ, ਸੰਗੀਤ ਅਤੇ ਨ੍ਰਿਤ ਪ੍ਰਸਿੱਧ ਸਨ। ਪੋਇਟਰੀ, ਮਿਊਜ਼ਿਕ ਅਤੇ ਡਾਂਸ। ਰਾਜਿਆਂ, ਸਰਦਾਰਾਂ ਅਤੇ ਅਹਿਲਕਾਰਾਂ ਦੁਆਰਾ ਕਵੀਆਂ ਨੂੰ ਉਦਾਰ ਦਾਨ ਦਿੱਤਾ ਜਾਂਦਾ ਸੀ। ਕਵੀਆਂ ਨੂੰ ਕਾਫੀ ਇਹ ਦਾਨ ਪੁੰਨ ਕਰਦੇ ਸੀ। ਸ਼ਾਹੀ ਦਰਬਾਰਾਂ ਵਿੱਚ ਪਨਾਰ ਅਤੇ ਬਿਰਲੀ ਯਾਰ ਨਾਮਕ ਗਾਉਣ ਵਾਲੇ ਬਾਰਾਂ ਦੀ ਭੀੜ ਸੀ। ਬਾਰਾਂ ਦੀ, ਬਾਰ। ਅੱਜ ਦੇ ਜ਼ਮਾਨੇ ਵਿੱਚ ਵੀ ਅਸੀਂ ਬਾਰ ਕਹਿੰਦੇ ਨਾ, ਬਾਰ ਸੁਣਾ। ਉਹੀ ਗਵਈਏ, ਜਿਹੜੇ ਗਵਈਏ ਹੁੰਦੇ ਨਾ ਟ੍ਰੈਡੀਸ਼ਨਲ, ਉਹਨਾਂ ਨੂੰ ਕਹਿੰਦੇ ਜੀ ਬਾਰ। ਤੇ ਉਹਨਾਂ ਦੀ ਵੀ ਭੀੜ ਲੱਗੀ ਰਹਿੰਦੀ ਸੀ ਸ਼ਾਹੀ ਦਰਬਾਰਾਂ ਵਿੱਚ। ਤੁਹਾਨੂੰ ਆਹ ਪਨਾਰ, ਬਿਰਲੀ ਯਾਰ ਨਹੀਂ ਵੀ ਯਾਦ ਰਹਿੰਦੇ ਤਾਂ ਵੀ ਕੋਈ ਗੱਲ ਨਹੀਂ। ਉਹ ਲੋਕ ਗੀਤਾਂ ਅਤੇ ਲੋਕ ਨਾਚਾਂ ਦੇ ਮਾਹਰ ਸਨ। ਕੌਣ? ਇਹ ਬਾਰ। ਅੱਜ ਵੀ ਗਾਉਂਦੇ ਆ ਨਾ, ਸਾਡੇ ਇੱਧਰ ਪੰਜਾਬ ਸਾਈਡ ਵੀ ਗਾਉਂਦੇ ਆ, ਰਾਜਸਥਾਨ ਸਾਈਡ ਵੀ ਗਾਉਂਦੇ ਰਹੇ ਆ। ਇਹ ਇਸ ਤਰ੍ਹਾਂ ਗੀਤ ਗਾ ਕੇ, ਲੋਕ ਨਾਚ ਕਰਕੇ, ਲੋਕ ਗੀਤ ਗਾ ਕੇ ਆਪਣਾ ਅਮੀਰ ਲੋਕਾਂ ਦਾ, ਜਨਤਾ ਦਾ ਦਿਲ ਪਰਚਾਵਾ ਕਰਦੇ ਸੀ। ਇਹਦਾ ਮਤਲਬ ਗਾਉਣਾ ਵਜਾਉਣਾ ਕਾਫੀ ਫੇਮਸ ਸੀ, ਪ੍ਰਸਿੱਧ ਸੀ ਉਸ ਸਮੇਂ 'ਚ। ਸੰਗੀਤ ਅਤੇ ਨ੍ਰਿਤ ਦੀਆਂ ਕਲਾਵਾਂ ਬਹੁਤ ਵਿਕਸਿਤ ਹਨ। ਕਈ ਪ੍ਰਕਾਰ ਦੇ ਮਿਊਜ਼ਿਕ, ਡਾਂਸ, ਇਹਨਾਂ ਦਾ ਆਰਟ ਵੀ ਕਾਫੀ ਵਿਕਸਿਤ ਸੀ। ਸੰਗਮ ਸਾਹਿਤ ਵਿੱਚ ਕਈ ਤਰ੍ਹਾਂ ਦੇ ਜੱਜ ਅਤੇ ਢੋਲ ਦਾ ਜ਼ਿਕਰ ਕੀਤਾ ਗਿਆ ਹੈ। ਇੰਸਟਰੂਮੈਂਟ, ਮਿਊਜ਼ੀਕਲ ਇੰਸਟਰੂਮੈਂਟ। ਢੋਲ ਤਾਂ ਤੁਹਾਨੂੰ ਪਤਾ ਹੈ ਜੀ ਕੀ ਹੁੰਦਾ। ਜੱਜ ਹੁੰਦਾ ਜੀ, ਜਿਸ ਤਰ੍ਹਾਂ ਦਾ ਸਿਤਾਰ ਨਹੀਂ ਹੁੰਦਾ, ਇਸੇ ਤਰ੍ਹਾਂ ਦਾ ਹੀ ਧਾਗੇ ਲੱਗੇ ਹੁੰਦੇ ਆ। ਤੇ ਉਹ ਮਤਲਬ ਕਿ ਧਾਗੇ ਤਾਂ ਨਹੀਂ ਕਹਾਂਗੇ ਵੀ, ਜਿਸ ਤਰ੍ਹਾਂ ਵਾਇਰਸ, ਤਾਰਾਂ ਲੱਗੀਆਂ ਹੁੰਦੀਆਂ ਤੇ ਉਹਨਾਂ ਨੂੰ ਹਿਲਾ ਕੇ ਕੰਪਨ ਪੈਦਾ ਕਰਕੇ ਸੋਹਣੇ ਜਿਹੇ ਸੁਰਤਾਲ ਕੱਢੇ ਜਾਂਦੇ ਆ ਜੱਜ। ਇਹ ਤੁਸੀਂ ਦੇਖ ਲੈਣਾ YouTube ਤੇ, ਗੂਗਲ ਤੇ ਦੇਖ ਲਿਓ ਜੱਜ ਕੀ ਹੁੰਦਾ। ਬੇਸਿਕਲੀ ਸਿਤਾਰ ਟਾਈਪ ਹੀ ਇੱਕ ਇੰਸਟਰੂਮੈਂਟ ਆ। ਕੁੱਠੂ ਲੋਕਾਂ ਦਾ ਸਭ ਤੋਂ ਪ੍ਰਸਿੱਧ ਮਨੋਰੰਜਨ ਸੀ। ਕੁੱਠੂ ਇੱਕ ਸਟੇਜ ਪਰਫਾਰਮੈਂਸ ਆ। ਇਹ ਤੁਸੀਂ ਥੋੜ੍ਹੀ YouTube ਤੇ ਦੇਖ ਲੈਣੀ ਆ ਕਿਸ ਤਰ੍ਹਾਂ ਦੀ ਹੁੰਦੀ ਹੈ। ਤੇ ਇੰਨਾ ਸਮਝਣ ਦੀ ਲੋੜ ਨਹੀਂ ਕੀ ਬੋਲਦੇ ਪਏ ਆ, ਕਿਉਂਕਿ ਬੋਲਦੇ ਤਾਂ ਤਮਿਲ ਵਿੱਚ ਆ ਉਹ। ਪਰ ਇੰਨਾ ਯਾਦ ਰੱਖਿਓ ਵੀ ਕੁੱਠੂ ਕਿੱਥੋਂ ਦਾ ਹੋਇਆ। ਇਹ ਪੁਰਾਣਾ ਇੱਕ ਲੋਕ ਨਾਚ ਵਗੈਰਾ ਹੈ, ਸਟੇਜ ਪਰਫਾਰਮੈਂਸ ਆ। ਕਿੱਥੇ ਹੁੰਦੀ ਹੈ ਇਹ? ਤਮਿਲ ਸਾਈਡ ਤੇ, ਤਮਿਲ ਸੰਗਮ ਵਿੱਚ। ਉਸ ਵੇਲੇ ਬਹੁਤ ਪੁਰਾਣਾ ਹੈ ਜੀ ਇਹ, ਉਸ ਟਾਈਮ ਤੋਂ ਹੀ ਪ੍ਰਸਿੱਧ ਹੈ। ਮਨੋਰੰਜਨ ਦਾ ਸਾਧਨ ਸੀ। ਸਟੇਜ ਪਰਫਾਰਮੈਂਸ ਕਰਦੇ ਹੋਊਗੇ, ਵਧੀਆ ਵਧੀਆ ਕਾਸਟਿਊਮ ਪਾ ਕੇ ਨਾ ਕਰਦੇ ਸੀ, ਤੇ ਲੋਕਾਂ ਦਾ ਮਨੋਰੰਜਨ ਹੁੰਦਾ ਸੀ। ਠੀਕ ਹੈ ਜੀ। ਬਾਕੀ ਅਗਲੀ ਕਲਾਸ 'ਚ ਕਰਦੇ ਹਾਂ। ਅੱਜ ਲਈ ਇੰਨਾ ਹੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ।